ਸਤਿ ਸ਼੍ਰੀ ਅਕਾਲ ਜੀ। ਟੀਵੀ ਪੰਜਾਬ ਲਈ ਮੈਂ ਦਵਿੰਦਰ ਕੌਰ। ਅੱਜ 14 ਨਵੰਬਰ ਨੂੰ ਬਾਬਾ ਫਰੀਦ ਯੂਨੀਵਰਸਿਟੀ ਫਾਰ ਹੈਲਥ ਸਾਇੰਸਿਜ਼ ਫਰੀਦਕੋਟ ਵੱਲੋਂ ਵਾਰਡ ਅਟੈਂਡੈਂਟਸ ਦੀਆਂ 800 ਅਸਾਮੀਆਂ ਲਈ ਪਰਚਾ ਲਿਆ ਗਿਆ ਤੇ ਇਸ ਪਰਚੇ ਲਈ ਜਾਂ ਇਹਨਾਂ ਅਸਾਮੀਆਂ ਲਈ ਘੱਟੋ ਘੱਟ ਯੋਗਤਾ 8ਵੀਂ ਪਾਸ ਰੱਖੀ ਗਈ ਸੀ, ਜਦ ਕਿ ਲੱਖਾਂ ਬੱਚੇ, ਕਿਉਂਕਿ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ, ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ, ਨੌਜਵਾਨਾਂ ਨੇ, ਮੁਟਿਆਰਾਂ ਨੇ ਅਪਲਾਈ ਕੀਤਾ ਇਹਦੇ ਲਈ ਅਤੇ ਉਹਨਾਂ ਵਿੱਚ ਬਹੁਤ ਹਾਈਲੀ ਕੁਆਲੀਫਾਈਡ ਬੱਚੇ ਸ਼ਾਮਲ ਸਨ ਤੇ 1.5 ਲੱਖ ਦੇ ਕਰੀਬ ਜੋ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ ਸੁਪਰਡੈਂਟ ਨੇ ਦਰਪਿੰਦਰ ਸਿੰਘ, ਉਹਨਾਂ ਦੇ ਦੱਸਣ ਮੁਤਾਬਕ 1.5 ਲੱਖ ਅਸਾਮੀਆਂ, 1.5 ਲੱਖ ਅਰਜ਼ੀਆਂ ਆਈਆਂ ਸਨ ਤੇ ਕਿੰਨੇ ਪੜ੍ਹੇ ਲਿਖੇ ਬੱਚੇ ਇਹ ਪੇਪਰ ਦੇਣ ਗਏ, ਪ੍ਰੀਖਿਆ ਦੇਣ ਗਏ। 1 ਸਾਲ ਪਹਿਲਾਂ, ਸਵਾ ਕੁ ਸਾਲ ਪਹਿਲਾਂ ਇਹ ਪੋਸਟਾਂ ਨਿਕਲੀਆਂ ਸੀ ਸਤੰਬਰ 2020 ਵਿੱਚ, ਕਿਉਂਕਿ ਕੋਵਿਡ ਕਰਕੇ ਇਹ ਪਰਚਾ ਸਮੇਂ ਸਿਰ ਨਹੀਂ ਹੋ ਸਕਿਆ ਸੀ ਤੇ ਅੱਜ ਇਹ ਪਰਚਾ ਲਿਆ ਗਿਆ। ਤੇ ਪਰਚੇ ਦੇ ਨਾਲ ਹੀ ਹੋਰ ਬੜੀਆਂ ਗੱਲਾਂ ਨੇ। ਅਸੀਂ ਬੇਰੁਜ਼ਗਾਰੀ ਦੀ ਗੱਲ ਕਰਦੇ ਹਾਂ ਕਿ ਯੂਨੀਵਰਸਿਟੀਆਂ ਵਿੱਚ ਪੜ੍ਹੇ ਹੋਏ ਵਿਦਿਆਰਥੀ ਇਹ ਪਰਚਾ ਦੇਣ ਗਏ। ਆਪਾਂ ਇੱਕ ਇਹੋ ਜਿਹੇ ਹੀ ਵਿਦਿਆਰਥੀ ਨਾਲ ਗੱਲਬਾਤ ਕਰਦੇ ਹਾਂ, ਗੁਰਪ੍ਰੀਤ ਸਿੰਘ, ਜੋ ਇੱਕ ਕਾਲਜ ਵਿੱਚ ਪੜ੍ਹਾਉਂਦੇ ਨੇ, ਪੋਲੀਟੀਕਲ ਸਾਇੰਸ ਪੜ੍ਹਾਉਂਦੇ ਨੇ ਤੇ ਨੈਟ ਪਾਸ ਨੇ। ਨੈਟ ਕਿਸੇ ਕਾਲਜ ਜਾਂ ਯੂਨੀਵਰਸਿਟੀ ਵਿੱਚ ਅਧਿਆਪਕ ਲੱਗਣ ਲਈ, ਅਸਿਸਟੈਂਟ ਪ੍ਰੋਫੈਸਰ ਲੱਗਣ ਲਈ ਯੋਗਤਾ ਵਾਲਾ ਇੱਕ ਟੈਸਟ ਹੁੰਦਾ ਹੈ। ਇਹ ਉਹ ਪਾਸ ਨੇ ਅਤੇ ਹਾਲੇ ਇਹ ਕਿਸੇ ਪ੍ਰਾਈਵੇਟ ਕਾਲਜ ਵਿੱਚ ਪੜ੍ਹਾ ਰਹੇ ਨੇ, ਬਹੁਤ ਥੋੜੇ ਪੈਸਿਆਂ ਤੇ। ਆਪਾਂ ਗੱਲਬਾਤ ਕਰਦੇ ਹਾਂ ਗੁਰਪ੍ਰੀਤ ਧਾਲੀਵਾਲ ਹੋਰਾਂ ਨਾਲ। ਗੁਰਪ੍ਰੀਤ ਧਾਲੀਵਾਲ ਜੀ, ਟੀਵੀ ਪੰਜਾਬ ਤੇ ਤੁਹਾਡਾ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ ਮੈਮ। ਹਾਂ ਗੁਰਪ੍ਰੀਤ, ਤੁਸੀਂ ਤੁਹਾਡੀ ਜਿਹੜੀ ਯੋਗਤਾ ਆ ਉਹ ਇੱਕ ਅਸਿਸਟੈਂਟ ਪ੍ਰੋਫੈਸਰ ਲੱਗਣ ਵਾਲੀ ਹੈ, ਪਰ ਤੁਸੀਂ 8ਵੀਂ ਪਾਸ ਜਿਹੜੀ ਯੋਗਤਾ ਮੰਗੀ ਗਈ ਸੀ ਵਾਰਡ ਅਟੈਂਡੈਂਟ ਦੀ, ਤੁਸੀਂ ਉਹਦੇ ਲਈ ਪ੍ਰੀਖਿਆ ਦੇਣ ਗਏ, ਪਰਚਾ ਜਿਹੜਾ ਘੱਟੋ ਘੱਟ ਜਿਹੜੀ ਦਾਖਲ ਮਤਲਬ ਪੇਪਰ ਪਾਸ ਕਰਨ ਲਈ, ਆਪਣੀ ਯੋਗਤਾ ਸਿੱਧ ਕਰਨ ਲਈ ਉਹ ਪਰਚਾ ਦੇਣ ਗਏ ਤੇ ਤੁਸੀਂ ਫੀਸ ਵੀ ਫਾਰਮ ਦੇ ਨਾਲ ਜ਼ਰੂਰ ਭਰੀ ਹੋਏਗੀ ਅਪਲਾਈ ਕਰਨ ਵਾਲੇ ਵੇਲੇ ਜਨਰਲ ਵਰਗ ਵੱਲੋਂ, ਹਨਾ? ਤੇ ਤੁਸੀਂ ਕੀ ਸੋਚ ਕੇ ਗਏ ਸੀ ਤੇ ਤੁਹਾਨੂੰ ਕਿੱਥੇ ਤੁਸੀਂ ਅਸਿਸਟੈਂਟ ਪ੍ਰੋਫੈਸਰ ਲੱਗਣਾ, ਕਿੱਥੇ ਤੁਸੀਂ ਸਿੱਖਿਆ ਦੇਣੀ ਹੈ, ਤੇ ਹੋਰ ਤੁਹਾਡੇ ਵਰਗੇ ਬਹੁਤ ਸਾਰੇ ਬੱਚੇ ਏਦਾਂ ਦੇ ਆਏ ਹੋਣਗੇ ਨੌਜਵਾਨ, ਵੀ ਤੁਸੀਂ ਇਹਦੇ ਬਾਰੇ ਥੋੜਾ ਜਿਹਾ ਬੋਲੋਗੇ? ਜੀ ਮੈਮ, ਇਹ ਜਿਹੜੀਆਂ ਵਾਰਡ ਅਟੈਂਡੈਂਟ ਦੀਆਂ ਪੋਸਟਾਂ ਸੀਗੀਆਂ, ਇਹ ਪਿਛਲੇ ਸਾਲ ਜੁਲਾਈ ਦੇ ਵਿੱਚ ਕੱਢੀਆਂ ਗਈਆਂ ਸੀਗੀਆਂ, ਕਿਉਂਕਿ ਕੋਵਿਡ ਦਾ ਦੌਰ ਚੱਲ ਰਿਹਾ ਸੀਗਾ। ਮਾਰਚ ਤੋਂ ਹੈਗਾ ਆਪਣੇ ਮਾਰਚ ਅਪ੍ਰੈਲ ਦੇ ਵਿੱਚ ਕਰਫਿਊ ਲੱਗਿਆ ਔਰ ਬੇਰੁਜ਼ਗਾਰੀ ਸੀ ਜਿਹੜੀ, ਸਾਰੇ ਸਕੂਲ ਕਾਲਜ ਔਰ ਜਿੰਨੇ ਵੀ ਕੋਈ ਦੁਕਾਨਦਾਰੀ ਸੀ, ਕੋਈ ਹੋਰ ਕੋਈ ਕੰਮ ਸੀਗਾ, ਕੋਈ ਵੀ ਬਿਜ਼ਨਸ ਸੀ, ਸਾਰੇ ਠੱਪ ਹੋ ਗਏ ਸੀਗੇ। ਔਰ ਹਸਪਤਾਲਾਂ ਦੇ ਹਾਲਾਤ ਕਿਸ ਕਦਰ ਖਰਾਬ ਨੇ, ਉਹ ਪਹਿਲੀ ਵਾਰ ਜਿਹੜਾ ਹੈਗਾ ਪੰਜਾਬ ਦੇ ਸਾਹਮਣੇ ਆਏ ਕਿ ਜੇ ਇਸ ਤਰ੍ਹਾਂ ਦੀ ਬਿਮਾਰੀ ਫੈਲ ਜਾਂਦੀ ਹੈ ਤਾਂ ਸਾਡੇ ਕੋਲੇ ਕੀ ਪ੍ਰਬੰਧ ਨੇ। ਹਸਪਤਾਲਾਂ ਦੇ ਵਿੱਚ ਸਟਾਫ ਦੀ ਬੜੀ ਕਮੀ ਸੀਗੀ ਔਰ ਇਵਨ ਕਿ ਲੋਕਾਂ ਨੂੰ ਬੈੱਡ ਵੀ ਨਹੀਂ ਮਿਲ ਰਹੇ ਸੀਗੇ। ਤਾਂ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਉਹਨਾਂ ਨੇ ਆਪਦੀਆਂ ਬਿਲਡਿੰਗਾਂ ਦਿੱਤੀਆਂ, ਕਿਤੇ ਨਾ ਕਿਤੇ ਟ੍ਰੇਨਾਂ ਨੂੰ ਵੀ ਤਿਆਰ ਕੀਤਾ ਗਿਆ ਪਰ ਸੈਂਟਰ ਗਵਰਨਮੈਂਟ ਵੱਲੋਂ ਕਿ ਇਹ ਜੇ ਬਿਮਾਰੀ ਵੱਧਦੀ ਹੈ ਤਾਂ ਸਾਡੇ ਕੋਲੇ ਕੋਈ ਪ੍ਰਬੰਧ ਨਹੀਂ ਹੈ ਸਿਵਾਏ ਟ੍ਰੇਨਾਂ ਦੇ ਵਿੱਚ ਜਿਹੜਾ ਹੈਗਾ ਹਸਪੀਟਲ ਬਣਾਉਣ ਦੇ। ਤਾਂ ਪੰਜਾਬ ਦੇ ਜਿਹੜਾ ਹੈਗਾ ਇਹ ਪਿਕਚਰ ਖੁੱਲ ਕੇ ਸਾਹਮਣੇ ਆਈ ਔਰ ਹੈਲਥ ਮਹਿਕਮਾ ਥੋੜਾ ਜਿਹਾ ਜਾਗਿਆ। ਨਰਸਾਂ ਭਰਤੀ ਕਰ ਲਈਆਂ ਗਈਆਂ, ਨਰਸ ਸਟਾਫ ਨਰਸ ਉਹ ਕੋਈ 300-400 ਦੇ ਕਰੀਬ ਇਹ ਪੋਸਟਾਂ ਜਿਹੜੀਆਂ ਇਕੱਠੀਆਂ ਹੀ ਆਈਆਂ ਸੀ। ਨਰਸਾਂ ਦੀਆਂ ਵੀ ਪੋਸਟਾਂ ਸੀਗੀਆਂ ਔਰ ਇਹ ਜਿਹੜਾ ਵਾਰਡ ਅਟੈਂਡੈਂਟ ਦੀ ਪੋਸਟ ਹੈਗੀ ਹੈ ਇਹ ਡੀ ਕਲਾਸ ਦੀ ਪੋਸਟ ਹੁੰਦੀ ਹੈ। ਇਹਦੀ ਤਨਖਾਹ ਜਿਹੜੀ ਹੈਗੀ ਹੈ ਡੀ, ਉਹ ਤੁਸੀਂ ਲਾ ਸਕਦੇ ਹੋ ਕਿੰਨੀ ਹੈ। ਔਰ ਭਰਤੀਆਂ ਜਿਹੜੀਆਂ ਪਿਛਲੇ ਜਿਹੜੇ ਮੁੱਖ ਮੰਤਰੀ ਸਾਹਿਬ ਸੀਗੇ, ਉਦੋਂ ਪਹਿਲਾਂ ਟੀਚਰ ਦੀਆਂ ਪੋਸਟਾਂ ਆਈਆਂ। ਹਾਂਜੀ, ਨਾਲ ਮੈਂ ਬੀਐਡ ਵੀ ਔਰ ਪੰਜਾਬ ਤੇ ਸੀਟੈਟ ਵੀ ਮੇਰਾ ਕੁਆਲੀਫਾਈ ਹੈ। ਮੈਂ ਪੰਜਾਬ ਦੇ ਔਰ ਸੈਂਟਰ ਗਵਰਨਮੈਂਟ ਦੇ ਜਿਹੜੇ KVS NVS ਜਵਾਹਰ ਨਵੋਦਿਆ ਵਿਦਿਆਲਾ ਉਹਨਾਂ ਵਾਸਤੇ ਵੀ ਪਹਿਲਾਂ, ਪਰ ਉਹਨਾਂ ਦੀਆਂ ਵੀ ਪੋਸਟਾਂ ਨਹੀਂ ਆਈਆਂ। ਪੰਜਾਬ ਸਰਕਾਰ ਨੇ ਪੋਸਟਾਂ ਕੱਢੀਆਂ ਤਾਂ 3 ਸਬਜੈਕਟਾਂ ਦੀਆਂ ਪੋਸਟਾਂ 2-2 4-4 ਕੱਢੀਆਂ, ਪੰਜਾਬੀ, ਹਿੰਦੀ ਔਰ SST। ਉਹਦੀ ਵੀ ਤਿਆਰੀ ਕਰਦੇ ਰਹੇ। ਬੇਰੁਜ਼ਗਾਰੀ ਦਾ ਆਲਮ ਇਹ ਸੀ, ਮੇਰਾ ਅੱਜ ਤੋਂ 2 ਸਾਲ ਪਹਿਲਾਂ 2 ਵਾਰ ਨੈਟ ਕੁਆਲੀਫਾਈ। ਕਰੋਨਾ ਦੇ ਦੌਰਾਨ ਕਾਲਜ ਸਾਰੇ ਬੰਦ ਪਏ। ਹਾਂਜੀ, ਨਹੀਂ ਤੁਸੀਂ 2 ਵਾਰ ਨੈਟ ਪਾਸ ਕੀਤਾ?
ਆਲ ਇੰਡੀਆ ਰੈਂਕ ਮੇਰਾ 132 ਹੈ ਪੋਲੀਟੀਕਲ ਸਾਇੰਸ ਦੇ ਵਿੱਚ, ਇਹ ਨੈਟ ਪਾਸ ਹਮ ਕੀਤਾ। ਪਰ ਕੋਈ ਕਰੋਨਾ ਦੇ ਵਿੱਚ ਸਾਰੇ ਕਾਲਜਸ ਬੰਦ ਪਏ ਸੀਗੇ, ਕੋਈ ਹਮ ਕੰਮ ਨਹੀਂ ਸੀਗਾ। ਪਹਿਲੀ ਜੀ ਵਾਰ ਜਿਹੜੀ ਪੋਸਟ ਆਈ ਉਹ ਇੱਕ ਹਮ ਤਾਂ ਬੀਐਡ ਟੀਚਰਾਂ ਜਿਨ੍ਹਾਂ ਦਾ ਕੀ ਟੈਸਟ ਦਸੰਬਰ ਚ ਹੋਇਆ ਸੀ, ਪਰ ਸਾਡੇ ਸਬਜੈਕਟ ਦੀਆਂ ਐਸਐਸਟੀ ਦੀਆਂ ਉਹਦੇ ਚ ਸਿਰਫ ਜਨਰਲ ਕੈਟਾਗਰੀ ਦੀਆਂ 8 ਹੀ ਪੋਸਟਾਂ ਸੀਗੀਆਂ। 8 ਜੀ ਪੋਸਟਾਂ ਜੀ ਦੇ ਵਿੱਚ ਨੰਬਰ ਮੇਰੇ 139 ਨੰਬਰ ਆਏ, ਤਾਂ ਉਹਦੇ ਚ ਕੋਈ ਜੀ ਨੰਬਰ ਨਹੀਂ ਆਇਆ। ਫਿਰ ਇਹ ਪੋਸਟਾਂ ਸੀਗੀਆਂ, ਇਹਨਾਂ ਦੀ ਤਿਆਰੀ ਹਮ ਕੀਤੀ, ਪ੍ਰੋਫੈਸ਼ਨ ਨੇ ਤਿਆਰੀ ਕਰ ਲਈ ਔਰ ਰੋਲ ਨੰਬਰ ਵੀ ਪਾ ਦਿੱਤੇ ਗਏ ਸੀਗੇ ਦਸੰਬਰ ਦੇ ਪਹਿਲੇ ਹਮ ਹਫਤੇ 'ਚ। ਪਰ ਜੀ ਐਗਜ਼ਾਮ ਸੀਗਾ ਉਸ ਤੋਂ 2-3-4 ਦਿਨ ਪਹਿਲਾਂ ਇਹ ਪ੍ਰੀਖਿਆ ਜਿਹੜੀ ਰੱਦ ਕਰ ਦਿੱਤੀ ਗਈ। ਹਾਲਾਂਕਿ ਹਾਂ, ਹੋਰ ਕਈ ਸਾਰੀ ਪ੍ਰੀਖਿਆਵਾਂ ਤਰ੍ਹਾਂ ਰੱਦ ਦੀਆਂ ਕੀਤੀਆਂ। ਹਮ ਜੀ ਜੀ, ਉਹ ਜੀ ਨਰਸਾਂ ਦੀਆਂ ਜਿਹੜੀਆਂ ਉਹ ਵੀ ਪ੍ਰੀਖਿਆ ਹੋ ਚੁੱਕੀ ਸੀ, ਟੀਚਰਾਂ ਦੀ ਹਮ ਹੋ ਚੁੱਕੀ ਸੀ। ਉਸ ਤੋਂ ਬਾਅਦ ਹਮ ਤੁਸੀਂ 2021 ਵਾਲਾ ਸਾਲ ਲਾ ਲਓ, ਸਬ ਹਮ ਇੰਸਪੈਕਟਰਾਂ ਦੀ ਜਿਹੜੀ ਹੈਗੀ ਹੈ ਪ੍ਰੀਖਿਆ ਹੋ ਚੁੱਕੀ ਸੀ, ਉਹ ਤਾਂ ਹਮ ਪੇਪਰ ਲੀਕ ਹੋ ਗਿਆ ਤੇ ਉਹ ਰੱਦ ਕਰਤੀ ਹੈ। ਪਟਵਾਰੀਆਂ ਦੀ ਜਿਹੜੀ ਹਮ ਹੈਗੀ ਹੈ ਪ੍ਰੀਖਿਆ ਹੋ ਚੁੱਕੀ, ਹੋਰ ਜਿਹੜੇ ਹਮ ਮਹਿਕਮੇ ਤਮਾਮ 3-4 ਮਹਿਕਮੇ ਹੋਰ ਹੈ, ਉਹਨਾਂ ਦੀ ਪ੍ਰੀਖਿਆ ਹੋ ਗਈ ਸੀ। ਤਾਂ ਲੋੜ ਜੀ ਤਾਂ ਸਾਨੂੰ ਕੋਵਿਡ ਦੇ ਦੌਰਾਨ ਸਿਹਤ ਕਰਮਚਾਰੀਆਂ ਦੀ ਸੀ, ਪਰ ਉਹਨਾਂ ਹਮ ਨੂੰ ਜਿਹੜਾ ਹੈਗਾ ਹੋਲਡ ਕਰਕੇ ਸਰਕਾਰ ਨੇ ਬਾਕੀ ਮਹਿਕਮਿਆਂ ਦੀ ਹਮ ਭਰਤੀ ਕੀਤੀ। ਔਰ ਇਹ ਹੁਣ ਜਾਂਦੀ ਜੀ ਸਰਕਾਰ ਕੀ ਪੋਸਟਾਂ ਕੱਢੀਆਂ ਸੀ, ਸਾਰਿਆਂ ਤੋਂ ਫੀਸ ਹਮ ਲਈ ਹੈ ਜੀ 800 ਰੁਪਇਆ ਕੈਟਾਗਰੀ ਤੋਂ। ਹਾਂ, ਮੈਂ 1.5 ਇਹਦੇ ਤੇ ਲੱਖ ਬਾਅਦ ਚ ਲੋਕਾਂ ਨੇ ਆਉਂਦੀ ਆ। ਪਹਿਲਾਂ ਨਹੀਂ, ਮੈਂ ਗੁਰਪ੍ਰੀਤ ਇਹ ਜਾਣਨਾ ਚਾਹੁੰਦੀ ਆ ਕਿ ਤੁਹਾਡਾ ਸੈਂਟਰ ਕਿਹੜਾ ਸੀ, ਤੁਸੀਂ ਕਿਹੜੇ ਸੈਂਟਰ ਚ ਅੱਜ ਯਾਨੀ ਕਿ 14 ਨਵੰਬਰ ਨੂੰ ਐਤਵਾਰ ਨੂੰ ਪ੍ਰੀਖਿਆ ਦੇਣ ਗਏ ਇਹ ਵਾਰਡ ਅਟੈਂਡੈਂਟ ਲਈ, ਹੈ ਨਾ? ਤੁਸੀਂ ਜੋ ਖੁਦ ਕੁਆਲੀਫਾਈਡ ਹੋ ਅਸਿਸਟੈਂਟ ਪ੍ਰੋਫੈਸਰ ਲੱਗਣ ਲਈ ਕਾਲਜ ਜਾਂ ਯੂਨੀਵਰਸਿਟੀ ਵਿੱਚ, ਤੇ ਤੁਸੀਂ ਕਿੱਥੇ ਗਏ ਤੇ ਉੱਥੇ ਕੀ ਤੁਹਾਨੂੰ ਸੱਚਮੁੱਚ ਕੋਈ 8ਵੀਂ ਪਾਸ ਕੈਂਡੀਡੇਟ ਮਿਲਿਆ ਪੇਪਰ ਦੇਣ ਆਇਆ, ਜਾਂ ਤੁਸੀਂ ਤੁਹਾਡੇ ਨਾਲਦਿਆਂ ਦੀ ਕੀ ਕੁਆਲੀਫਿਕੇਸ਼ਨ ਸੀ ਜਿਹੜੇ ਉੱਥੇ ਇਹ ਪ੍ਰੀਖਿਆ ਦੇਣ ਪਹੁੰਚੇ ਹੋਏ ਸੀ? ਕਿਉਂਕਿ ਆਮ ਤੌਰ ਤੇ ਚਪੜਾਸੀ ਤੱਕ ਦੀਆਂ ਪੋਸਟਾਂ ਲਈ ਬਹੁਤ ਪੜ੍ਹੇ ਲਿਖੇ ਬੱਚੇ ਪਹੁੰਚਦੇ ਨੇ, ਕਈ ਵਾਰੀ ਤਾਂ ਇਹ ਵੀ ਖਬਰ ਬਣਦੀ ਹੈ ਕਿ ਉਹ PhD MPhil ਹੁੰਦੇ ਨੇ। ਸੋ ਮੈਂ ਇਹ ਜਾਣਨਾ ਚਾਹੁੰਦੀ ਹਾਂ, ਪਹਿਲਾਂ ਤਾਂ ਆਪਾਂ ਪੈਸੇ ਵਾਲੀ ਗੱਲ ਵੀ ਕਰਦੇ ਹਾਂ। ਮੇਰਾ ਜਿਹੜਾ ਹੈਗਾ ਲੋਕਲ ਅਬੋਹਰ ਸ਼ਹਿਰ ਦੇ ਵਿੱਚ ਸੈਂਟਰ ਮੈਨੂੰ ਅਲਾਟ ਹੋਇਆ ਸੀਗਾ, ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ, ਜਿਹੜਾ ਗਰਲ ਸਕੂਲ ਹੈ। ਤਾਂ ਉਹਦੇ ਚ ਜੀ ਲਗਭਗ ਜਿਹੜੇ ਹੈਗੇ ਆ 25 ਕਮਰਿਆਂ ਦੇ ਵਿੱਚ ਜਿਹੜੇ ਹੈਗੇ ਐਗਜ਼ਾਮ ਸੈਂਟਰ ਬਣੇ ਸੀਗੇ। ਹਰੇਕ ਕਮਰੇ ਚ ਜੀ 24 ਸਟੂਡੈਂਟ ਸੀਗੇ। ਜੇ ਤੁਸੀਂ ਉੱਥੇ ਹਮ ਜਾ ਕੇ ਦੇਖੋ, ਕੋਈ ਹਮ 8ਵੀਂ ਪਾਸ ਵਾਲਾ ਨਹੀਂ ਸੀ, ਕੋਈ 10ਵੀਂ ਵਾਲਾ ਨਹੀਂ ਸੀ, ਕੋਈ +2 ਵਾਲਾ ਨਹੀਂ ਸੀ। ਸਾਰੇ ਜੀ ਗ੍ਰੈਜੂਏਸ਼ਨ ਪਲੱਸ MA B.Ed ਵਾਲੇ ਕੈਂਡੀਡੇਟ ਹਮ ਵੀ ਸੀਗੇ, PGDCA ਹਮ ਵਾਲੇ ਹਮ ਵੀ ਸੀਗੇ, MCIT ਵਾਲੇ ਹਮ ਵੀ ਸੀਗੇ, MCA ਵਾਲੇ ਵੀ ਹਮ ਸੀਗੇ। ਔਰ ਤੁਸੀਂ ਹਮ ਕਿਹਾ ਕਿ ਇਦੋਂ ਹਾਇਰ ਐਜੂਕੇਸ਼ਨ ਵਾਲੇ ਵੀ ਕਿਤੇ ਨਾ ਕਿਤੇ ਕੈਂਡੀਡੇਟ ਸੀਗੇ, ਪਰ ਨਾ ਤਾਂ ਮੈਨੂੰ ਉੱਥੇ ਕੋਈ 18 ਸਾਲ ਦਾ ਲੱਗਿਆ। ਸਾਰੇ 20 ਤੋਂ 30 ਸਾਲਾਂ ਤੱਕ ਦੇ, 32 ਸਾਲਾਂ ਤੱਕ ਦੇ, ਕਿਉਂਕਿ 37 ਸਾਲ ਤੱਕ ਦੀ ਉਮਰ ਮੰਗੀ ਹੋਈ ਸੀਗੀ ਇਹਦੇ ਵਿੱਚ। 35 37 ਹਮ 37 ਸਾਲਾਂ ਦੇ ਜਿਹੜੇ ਹੈ ਜੀ ਵੈਲ ਕੁਆਲੀਫਾਈਡ ਲੋਕ ਸੀਗੇ। ਮੈਨੂੰ 8ਵੀਂ ਪਾਸ ਕੋਈ ਨਹੀਂ ਮਿਲਿਆ ਉੱਥੇ। ਅੱਛਾ ਤਾਂ ਉਹ ਅੱਛਾ ਸਾਰੇ ਪ੍ਰੀਖਿਆ ਦੇ ਗੁਰਪ੍ਰੀਤ, ਵਿੱਚ ਬੈਠੇ। ਹਾਂਜੀ ਹਾਂਜੀ, ਬੋਲੋ ਤੁਸੀਂ ਗੱਲ ਤੁਸੀਂ ਬੋਲੋ। ਕੀ ਹਾਂਜੀ ਕਿ ਤੁਸੀਂ ਕੀ ਕੁਆਲੀਫਿਕੇਸ਼ਨ ਹੈ, ਕਿਉਂਕਿ ਮੈਂ ਵੀ ਇਹ ਵੇਖਣਾ ਚਾਹੁੰਦਾ ਸੀਗਾ ਕਿ ਮਤਲਬ ਕੀ ਹਾਲਾਤ ਨੇ ਹਮ ਰਿਐਲਿਟੀ ਹਮ ਹਮ ਗਰਾਊਂਡ ਲੈਵਲ ਤੇ। ਘਰੋਂ ਬਾਹਰ ਆਪਾਂ ਦੇਖੀਏ ਤਾਂ ਮੇਰੀ ਇਹ ਆਬਜ਼ਰਵੇਸ਼ਨ ਸੀਗੀ ਕਿ ਹਮ 1.5 ਲੱਖ ਜਿਨ੍ਹਾਂ ਨੇ ਫਾਰਮ ਭਰਿਆ ਹੈ, ਕੀ ਹਮ ਹਾਲ ਹੋਣਗੇ। ਹਾਲਾਂਕਿ ਪੰਜਾਬ ਸਰਕਾਰ ਦਾਅਵੇ ਕਰਦੀ ਹੈ ਕਿ ਅਸੀਂ 20 ਲੱਖ ਰੁਜ਼ਗਾਰ ਦੇਤਾ, ਜਾਂ ਸਿੱਧੂ ਸਾਹਿਬ ਕਹਿ ਕੇ ਗਏ ਆ ਕੱਲ ਪਰਸੋਂ, ਕਹਿੰਦੇ ਵੀ ਲੱਖ ਪੋਸਟਾਂ ਤਾਂ ਖਾਲੀ ਪਈਆਂ ਤਾਂ ਹੁਣ ਹਾਂ ਕਿੰਨੇ ਕੁ ਦਿਨ ਰਹਿ ਗਏ, ਹਾਂ, ਸਰਕਾਰ ਕੁਝ ਥੋੜੇ ਕਰਨਾ ਜਿਹੇ ਨਹੀਂ ਦਿਨ ਚਾਹੁੰਦੀ। ਹੈ। ਹਾਂ, ਵਰਤਮਾਨ ਸਰਕਾਰ ਕੋਲੇ ਥੋੜਾ ਜਿਹਾ ਸਮਾਂ, ਜੇ ਇਹ ਨੌਜਵਾਨੀ ਦਾ ਭਲਾ ਕਰਨਾ ਚਾਹੁੰਦੀ ਹੈ ਪੰਜਾਬ ਦੀ ਦਾ, ਤਾਂ ਥੋੜੀਆਂ ਮੋਟੀਆਂ ਨੌਕਰੀਆਂ ਕੱਢ ਕੇ ਉਹਨਾਂ ਨੂੰ ਕੰਮ ਤੇ ਲਾਇਆ ਜਾ ਸਕਦਾ ਹੈ, ਬੱਚਿਆਂ ਨੂੰ, ਨੌਜਵਾਨਾਂ ਨੂੰ, ਮੁਟਿਆਰਾਂ ਨੂੰ। ਹਾਂ, ਮੇਰਾ ਅਗਲਾ ਸਵਾਲ ਗੁਰਪ੍ਰੀਤ ਇਹ ਹੈ ਕਿ ਜਿਹੜੀ ਮੈਂ ਬਾਬਾ ਫਰੀਦ ਯੂਨੀਵਰਸਿਟੀ ਦੇ ਸੁਪਰਡੈਂਟ ਨੇ ਜਿਹੜੇ, ਉਹਨਾਂ ਨਾਲ ਦਰਪਿੰਦਰ ਸਿੰਘ ਹੋਰਾਂ ਨਾਲ ਫੋਨ ਤੇ ਗੱਲ ਕੀਤੀ ਹੈ। ਉਹਨਾਂ ਦਾ ਕਹਿਣਾ ਕਿ 1.5 ਲੱਖ ਦੇ ਕਰੀਬ ਐਪਲੀਕੇਸ਼ਨਾਂ, ਅਰਜ਼ੀਆਂ ਆਈਆਂ ਇਸ ਅਸਾਮੀ ਲਈ, ਤੇ ਕਿਉਂਕਿ ਜਨਰਲ ਵਰਗ ਤੋਂ 800 ਰੁਪਇਆ ਫੀਸ ਲਈ ਗਈ ਹੈ ਹਰੇਕ ਅਰਜ਼ੀ ਦੇ ਨਾਲ, ਤੇ ਆਪਾਂ ਜੇ ਮੋਟਾ ਜਿਹਾ ਅੰਦਾਜ਼ਾ ਲਾਈਏ, ਕਿਉਂਕਿ ਹਾਲੇ ਸਾਰਾ ਡਾਟਾ ਉਹਨਾਂ ਕੋਲੇ ਨਹੀਂ ਹੈਗਾ ਕਿ ਕਿੰਨੀਆਂ ਰਾਖਵੀਆਂ ਅਸਾਮੀਆਂ ਲਈ, ਕਿੰਨੀਆਂ ਅਰਜ਼ੀਆਂ ਰਾਖਵੀਆਂ ਅਸਾਮੀਆਂ ਲਈ ਆਈਆਂ, ਤੇ ਜੇ ਆਪਾਂ ਜਨਰਲ ਵਰਗ ਵਿੱਚੋਂ 1 ਲੱਖ ਮੋਟਾ ਜਿਹਾ ਅੰਦਾਜ਼ਾ ਲਾਈਏ, ਕਿਉਂਕਿ 1.5 ਲੱਖ ਅਰਜ਼ੀਆਂ ਆਈਆਂ ਨੇ, ਤਾਂ ਉਹ ਇੱਕ ਬੱਚੇ ਤੋਂ 800 ਰੁਪਇਆ ਫੀਸ ਲਈ ਗਈ ਹੈ।
ਤੇ ਕੁੱਲ ਇਸ ਹਿਸਾਬ ਇਹ 8 ਕਰੋੜ ਦੀ ਰਾਸ਼ੀ ਬਣਦੀ ਹੈ। 8 ਕਰੋੜ ਦੀ ਰਾਸ਼ੀ ਬੇਰੁਜ਼ਗਾਰਾਂ ਤੋਂ ਸਰਕਾਰ ਉਗਰਾ ਲਈ ਹੈ ਸਰਕਾਰ ਨੇ। ਇਹਦੇ ਬਾਰੇ ਤੁਹਾਡਾ ਕੀ ਕਹਿਣਾ? ਕਿਉਂਕਿ ਹਰ ਵਾਰ ਜਦੋਂ ਵੀ ਅਸਾਮੀਆਂ ਨਿਕਲਦੀਆਂ ਨੇ, ਵਾਰ-ਵਾਰ ਅਸਾਮੀਆਂ ਨਿਕਲਦੀਆਂ ਨੇ, ਵਿਦਿਆਰਥੀ ਵਿਚਾਰੇ ਅਪਲਾਈ ਕਰਦੇ ਨੇ, ਅਰਜ਼ੀਆਂ ਪਾਉਂਦੇ ਨੇ ਸਰਕਾਰ ਕੋਲੇ, ਤੇ ਉਹਨਾਂ ਨਾਲ ਫੀਸ ਦੇਣੀ ਹੁੰਦੀ ਹੈ, ਤੇ ਇਹ ਬਹੁਤ ਸਰਕਾਰ ਦੇ ਖਜ਼ਾਨੇ 'ਚ ਪੈਸਾ ਜਾਂਦਾ ਆ, ਤੇ ਇੱਕ ਇਹ ਬੇਰੁਜ਼ਗਾਰਾਂ ਨਾਲ ਹੋਰ ਵੀ ਵੱਡਾ ਮਜ਼ਾਕ ਹੋ ਨਿਬੜਦਾ ਕਿ ਉਹਨਾਂ ਨੂੰ ਪੱਲਿਓਂ ਪੈਸੇ ਦੇਣੇ ਪੈਂਦੇ ਨੇ, ਰੁਜ਼ਗਾਰ ਮਿਲਦਾ ਜਾਂ ਨਹੀਂ ਮਿਲਦਾ ਇਹ ਵੱਖਰਾ ਮੁੱਦਾ ਆ। ਪਹਿਲੀ ਗੱਲ ਤਾਂ ਜੀ ਤੁਸੀਂ ਜਿਵੇਂ ਕਿਹਾ ਕਿ ਫੀਸਾਂ ਬਹੁਤ ਹਾਈ ਹੈਗੀਆਂ ਨੇ ਕੰਪੈਰੀਟਿਵਲੀ, ਜੇ ਆਪਾਂ ਨਾਲ ਵਾਲੀ ਸਟੇਟ ਦੇਖੀਏ, ਕਿਉਂਕਿ ਮੇਰਾ ਏਰੀਆ ਰਾਜਸਥਾਨ ਦੇ ਨਾਲ ਪੈ ਜਾਂਦਾ ਹੈ, ਉੱਥੇ ਜੇ ਕਿਸੇ ਮੈਂ ਵੀ ਕੀਤਾ ਸੀ ਸਕੂਲ ਲੈਕਚਰਰ ਗਜ਼ਟਡ ਪੋਸਟ ਹੁੰਦੀ ਹੈ, ਉਹਦੀ ਐਪਲੀਕੇਸ਼ਨ ਫੀਸ 400 ਰੁਪਏ 450 ਰੁਪਇਆ ਸੀਗੀ, ਔਰ ਆਪਣੇ ਇਹ ਡੀ ਗ੍ਰੇਡ ਦੀ ਪੋਸਟ ਜਿਹੜੀ 800 ਰੁਪਇਆ ਰੱਖੀ ਗਈ, ਔਰ ਮੈਂ ਇੱਕ ਬੀਐਡ ਦਾ ਨਾਮ ਵੀ ਦਿੱਤਾ ਸੀਗਾ ਮਾਸਟਰ ਕੇਡਰ ਦਾ, ਉਹਦੀ ਫੀਸ 1000 ਰੁਪਇਆ ਰੱਖੀ ਗਈ ਸੀ, ਔਰ ਹੋਰ ਜਿਹੜੀਆਂ ਪ੍ਰੋਫੈਸਰ ਦੀਆਂ ਪੋਸਟਾਂ ਸਰਕਾਰ ਦੀਆਂ ਉਹਦੀ 1500 ਰੁਪਇਆ ਫੀਸ ਰੱਖੀ ਗਈ ਹੈ। ਕਹਿਣ ਦਾ ਮਤਲਬ ਆਪਾਂ ਜਿਹੜੀ ਦੂਜੀ ਗੱਲ ਕਿ ਸਰਕਾਰ ਦੇ ਖਜ਼ਾਨੇ 'ਚ, ਇਹ ਮੈਡਮ ਸਰਕਾਰ ਦੇ ਖਜ਼ਾਨੇ 'ਚ ਨਹੀਂ ਜਾਂਦੇ ਪੈਸੇ, ਸਰਕਾਰ ਅੱਗੇ ਕਿਸੇ ਕੰਪਨੀ ਨੂੰ ਜਾਂ ਕਿਸੇ ਨੋਡਲ ਏਜੰਸੀ ਨੂੰ ਪੇਪਰ ਲੈਣ ਵਾਸਤੇ ਨਿਯੁਕਤ ਕਰਦੀ ਹੈ, ਇਹ ਉਹਦੇ ਖਜ਼ਾਨੇ 'ਚ ਜਾਂਦੇ ਆ, ਉਹਨਾਂ ਨੂੰ ਠੇਕੇ ਤੇ ਦਿੰਦਾ ਹੈ, ਕੌਣ ਠੇਕੇ ਤੇ ਦਿੰਦਾ ਹੈ ਇਹ ਸੰਬੰਧਿਤ ਮਹਿਕਮੇ ਦਾ ਮੰਤਰੀ ਦੱਸ ਸਕਦਾ ਹੈ ਜਾਂ ਜਿਹੜਾ ਹੈਗਾ ਮੁੱਖ ਸਕੱਤਰ ਦੱਸ ਸਕਦਾ ਹੈ। ਤਾਂ ਇਹ ਜਿਹੜੀਆਂ ਪੂਰੇ ਪੰਜਾਬ 'ਚ ਪੋਸਟਾਂ ਸੀ, ਇਹਨੂੰ ਜਿਹੜਾ ਨੋਡਲ ਏਜੰਸੀ ਭਰਤੀ ਕਰਨ ਵਾਸਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਮੈਡੀਕਲ ਸਾਇੰਸ ਜਿਹੜੀ ਹੈਗੀ ਹੈ ਉਹ ਬਣਾਇਆ ਗਿਆ। 8 ਕਰੋੜ ਦਾ ਜਿਹੜਾ ਵਿਆਜ ਉਹ ਯੂਨੀਵਰਸਿਟੀ ਪਿਛਲੇ 1 ਸਾਲ ਔਰ 3 ਮਹੀਨਿਆਂ ਤੋਂ ਖਾ ਰਹੀ ਹੈ। ਹੁਣ ਕਿਤੇ ਜਾ ਕੇ ਇਹਦਾ ਜਿਹੜਾ ਐਗਜ਼ਾਮ ਲਿਆ, ਜਦੋਂ ਕੁਐਸਚਨ ਪੇਪਰ ਦੇਖਿਆ ਜਾ ਕੇ, ਕੁਐਸਚਨ ਪੇਪਰ ਛਪੇ ਹੋਏ ਨਹੀਂ ਸੀਗੇ, ਫੋਟੋ ਸਟੇਟ ਕੀਤੇ ਹੋਏ ਸੀਗੇ, ਔਰ ਕਿਤੇ ਉਹਨਾਂ ਦੇ ਕੋਈ ਸੀਲ ਨਹੀਂ ਲੱਗੀ। ਹਾਂਜੀ, 4 ਸਫ਼ਿਆਂ ਹੈਗਾ, 4 ਸਫ਼ਿਆਂ ਦਾ ਕੁਐਸਚਨ ਪੇਪਰ ਸੀ, ਇੱਕ ਸਟੈਪਲ ਉਹਦੀ ਬੈਕ ਸਾਈਡ ਤੇ ਮਾਰਿਆ ਸੀ, ਜਿੱਥੇ ਆਪਾਂ ਸੀਲ ਲਾਉਣੀ ਹੁੰਦੀ ਉਹ ਆਇਆ ਹੋਇਆ ਸੀਗਾ, ਕੋਈ ਤਾਂ ਇਹਦੀ ਸਿਕਿਉਰਿਟੀ ਹੈ ਨਹੀਂ ਸੀ, ਔਰ ਲੈਵਲ ਚਲੋ 8ਵੀਂ ਦੇ ਲੈਵਲ ਪੇਪਰ, ਪਰ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਸੀਂ ਐਡੀ ਫੀਸ ਉਹ ਘੱਟੋ ਘੱਟ ਕੁਐਸਚਨ ਪੇਪਰ ਤੁਹਾਨੂੰ ਵਧੀਆ ਤਿਆਰ ਕਰਨਾ ਚਾਹੀਦਾ ਹੈ। OMR ਸ਼ੀਟ ਕੁਐਸਚਨ ਆਏ ਨੇ 90, OMR ਸ਼ੀਟ ਤੇ ਜਿਹੜਾ ਥਾਂ ਬਣਿਆ ਹੋਇਆ ਸੀ 200 ਕੁਐਸਚਨਾਂ ਦਾ ਆਨਸਰ ਦੇਣ ਵਾਸਤੇ, ਕੁਐਸਚਨ ਪੇਪਰ ਦਾ ਕੋਈ ਸੈੱਟ ਨਹੀਂ ਸੀ, ABCD 4 ਤਰ੍ਹਾਂ ਦੇ ਜਿਹੜੇ ਹੈਗੇ ਆ ਕੰਪੀਟੀਸ਼ਨ ਦੇ ਵਿੱਚ ਤੁਸੀਂ ਪੇਪਰ ਜਿਹੜਾ ਐਗਜ਼ਾਮ ਲੈਣਾ ਹੁੰਦਾ ਹੈ, ਕੁਐਸਚਨ ਪੇਪਰ ਬਣਾਉਣਾ ਹੁੰਦਾ ਤਾਂ ਜੋ ਨਕਲ ਦੀ ਕੋਈ ਸੰਭਾਵਨਾ ਨਾ ਰਹੇ, ਕੋਈ ਸੈੱਟ ਨਹੀਂ ਸੀ ਬਣਾਇਆ ਹੋਇਆ, ਸਾਰਿਆਂ ਨੂੰ ਇੱਕੋ ਜਿਹਾ ਕੁਐਸਚਨ ਪੇਪਰ ਦਿੱਤਾ ਗਿਆ, ਔਰ ਜਿਹੜੀ OMR ਸ਼ੀਟ ਹੈ ਉਹਦੇ ਤੇ ਜ਼ਰੂਰ ਇਹ ਕਾਲਮ ਬਣਿਆ ਹੋਇਆ ਸੀ ਕਿ ਤੁਹਾਡਾ ਸੈੱਟ ਕਿਹੜਾ ਹੈ, ਪਰ ਉਹ ਤਾਂ ਅਸੀਂ ਹੁਣ ਖਾਲੀ ਛੱਡ ਕੇ ਆਏ ਕਿਉਂਕਿ ਪੇਪਰ ਤਾਂ ਜਾਂਦਾ ਹੀ ਕੁਝ ਸੀ, ਫੋਟੋ ਸਟੇਟ ਹੋਇਆ ਸੀ, ਲੱਗੀ ਸੀ, ਜਿਹੜੀ ਸੀਲ ਲੱਗੀ ਕਲਰ ਨਾਲ ਲੱਗੀ ਸੀ, ਉਹ ਤਾਂ ਜਦੋਂ ਮਰਜ਼ੀ ਉਹਨੂੰ ਲਾ ਕੇ ਤੁਸੀਂ ਦੁਬਾਰੇ ਲਾ ਸਕਦੇ ਹੋ। ਗੁਰਪ੍ਰੀਤ, ਸਵਾਲ ਕਿਹੋ ਜਿਹੇ ਪੁੱਛੇ ਗਏ ਸੀ? ਸਵਾਲ ਤਾਂ ਜਿਹੜਾ ਉਹਨਾਂ ਨੇ ਕਿਹਾ ਕਿ ਜਰਨਲ ਸਾਇੰਸ 8ਵੀਂ ਤੱਕ ਦਾ ਸਿਲੇਬਸ ਹੋਊਗਾ, ਸਾਇੰਸ ਦੇ ਸਵਾਲ ਪੁੱਛੇ ਗਏ, 5-4 ਵਿੱਚ ਮੈਥ ਦੇ ਸਵਾਲ ਪੁੱਛੇ ਗਏ, ਔਰ ਨਾਲ ਉਹਨਾਂ ਨੇ ਜਿਹੜਾ ਹੈਗਾ ਲਾਈਨ ਕੀਤੀ ਹੋਈ ਸੀ ਕਿ ਵਾਰਡ ਜਿਹੜਾ ਹੈਗਾ ਮਰੀਜ਼ਾਂ ਦੀ ਸੰਭਾਲ ਸੰਬੰਧੀ ਜਿਹੜੀਆਂ ਮੁੱਢਲੀਆਂ ਜਿਹੜੀਆਂ ਗੱਲਾਂ ਬਾਤਾਂ ਹੈ, ਇੰਸਟਰਕਸ਼ਨਸ ਹੈਗੀਆਂ ਉਹਨਾਂ ਬਾਰੇ ਪੁੱਛੇ ਸੀਗੇ, ਜੋ ਐਜੂਕੇਸ਼ਨ ਮੰਗੀ ਸੀਗੀ ਉਸ ਹਿਸਾਬ ਨਾਲ ਪੇਪਰ ਤਾਂ ਬਣਾਇਆ ਗਿਆ ਸੀ। ਅੱਛਾ, ਇਹ ਪੱਕੀਆਂ ਅਸਾਮੀਆਂ ਨੇ ਹਨਾ, ਪੱਕੀ ਭਰਤੀ ਹੋਣੀ ਹੈ ਇਹ 800 ਵਾਰਡ ਅਟੈਂਡੈਂਟਸ ਦੀ। ਕੀ ਤੁਹਾਨੂੰ ਇਹਦੇ ਬਾਰੇ ਕੁਝ ਹੋਰ ਕਹਿਣਾ ਹੈ ਕਿ ਸੱਚਮੁੱਚ ਸੰਬੰਧਿਤ ਲੋਕਾਂ ਨੂੰ ਜਿਹੜੇ 8ਵੀਂ ਪਾਸ ਹੋਣੇ ਚਾਹੀਦੇ ਨੇ? ਦੇਖੋ, ਜੇ ਇਹ ਕਿਉਂਕਿ ਪੱਕੀ ਭਰਤੀ ਹੈ, ਸਾਰਿਆਂ ਨੂੰ ਲੱਗਦਾ ਕਿ ਕੁਝ ਤਾਂ ਪੈਸਾ ਘਰੇ ਆਏਗਾ, ਮਿਨੀਮਮ ਵੀ ਤਾਂ ਕੋਈ ਵੇਜਸ ਨੇ ਸਰਕਾਰਾਂ ਵੱਲੋਂ ਹਨਾ, ਹੈਲਥ ਡਿਪਾਰਟਮੈਂਟ ਵਿੱਚ ਖਾਸ ਤੌਰ ਤੇ, ਤਾਂ ਸੁਭਾਵਿਕ ਹੈ ਕਿ ਜੇ ਉਹਨਾਂ ਨੂੰ ਕੱਲ ਨੂੰ ਕੋਈ ਜਿਹੜੇ ਕੁਆਲੀਫਾਈਡ ਨੇ ਵੱਧ, ਕੋਈ MCA ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਲੋਕੀ ਆਏ ਹੋਏ ਸੀ, ਮੰਨ ਲਓ ਇੱਕ MCA ਨੂੰ ਇਹ ਨੌਕਰੀ ਮਿਲ ਜਾਂਦੀ ਹੈ, ਤੇ ਜਦੋਂ ਉਹਦੇ ਹਿਸਾਬ ਦੀ ਕੋਈ ਪੋਸਟ ਨਿਕਲੇਗੀ ਤਾਂ ਨੈਚੁਰਲ ਹੈ ਉਹਨੇ ਤਾਂ ਸੁਭਾਵਿਕ ਹੈ ਕਿ ਉਧਰ ਅਪਲਾਈ ਕਰਨਾ ਤੇ ਫਿਰ ਉਧਰ ਚਲੇ ਜਾਣਾ, ਤੇ ਫਿਰ ਜਿਹੜੀ ਪਿੱਛੇ ਥਾਂ ਖਾਲੀ ਬਚ ਜਾਣੀ ਹੈ, ਕਿੰਨੀ ਦੇਰ ਫਿਰ ਉਹ ਨਹੀਂ ਭਰੀਆਂ ਜਾਣੀਆਂ। ਹੁਣ ਥੋੜੀ ਦੇਰ ਨੂੰ ਜਿਹੜਾ ਕੋਡ ਆਫ ਕੰਡਕਟ ਲਾਗੂ ਹੋ ਜਾਣਾ, ਪੰਜਾਬ ਦੇ ਚੋਣਾਂ ਹੋਣੀਆਂ ਨੇ, ਤੁਸੀਂ ਇਹ ਸਾਰੇ ਕਾਸੇ ਬਾਰੇ ਕੀ ਕਹਿਣਾ ਕਿ ਕੀ ਜ਼ਿਆਦਾ ਪੜ੍ਹੇ ਹੋਇਆਂ ਦੇ ਗ੍ਰੈਜੂਏਸ਼ਨ ਤੋਂ ਵੱਧ ਕੁਆਲੀਫਿਕੇਸ਼ਨ ਵਾਲਿਆਂ ਨੂੰ ਤੋਂ ਨਹੀਂ ਲਈਆਂ ਜਾਣੀਆਂ ਚਾਹੀਦੀਆਂ ਅਰਜ਼ੀਆਂ? ਇਹਦੇ ਵਿੱਚ ਕੀ ਹੋਣਾ ਚਾਹੀਦਾ? ਚੋਣ ਪ੍ਰਕਿਰਿਆ ਵਿੱਚ ਕੀ ਚੀਜ਼ ਹੋਵੇ, ਕੀ ਸੁਧਾਰ ਲਿਆਂਦਾ ਜਾ ਸਕਦਾ? ਪਹਿਲੀ ਗੱਲ ਤਾਂ ਇਹ ਹੈ ਜੀ,
ਜੇ ਕਿਸੇ ਨੇ ਅਪਲਾਈ ਕੀਤਾ ਹੈ, ਅਪਲਾਈ ਦਾ ਤਾਂ ਦੇਖੋ ਹੱਕ ਹੋਣਾ ਚਾਹੀਦਾ ਸਾਰੇ ਨੂੰ, ਕਿਉਂਕਿ ਜੀ ਸਭ ਨੂੰ ਹੱਕ ਰੁਜ਼ਗਾਰ ਹੈ ਹੀ ਨਹੀਂ। ਹੈ 5 ਹੀ ਨਹੀਂ। ਸਾਲ ਹੋ ਗਏ ਸਰਕਾਰ ਚੱਲਦੀ ਨੂੰ, ਪੌਣੇ ਹੁਣ ਤਾਂ ਥੋੜੇ 2 ਮਹੀਨੇ ਰਹਿ ਗਏ ਚਲੋ। ਸਰਕਾਰ ਨੂੰ ਪਹਿਲਾਂ ਇਹ ਨਹੀਂ ਲੱਗਿਆ ਕਿ ਇੰਨੀਆਂ ਪੋਸਟਾਂ ਖਾਲੀ ਪਈਆਂ ਭਰਨੀਆਂ ਨੇ। ਹੁਣ ਆਹ ਸਿੱਧੂ ਸਾਹਿਬ ਕਹਿ ਰਹੇ ਹੈ ਕਿ ਕੱਲ ਪਰਸੋਂ ਕਹਿ ਰਹੇ ਕਿ 1 ਲੱਖ ਪੋਸਟ ਖਾਲੀ ਪਈ ਹੈ। ਚੰਨੀ ਹਾਂ ਸਾਹਿਬ ਜਿੱਦਣ ਨੂੰ ਪ੍ਰੈਸ ਕਿੰਨਾ ਕਾਨਫਰੰਸ ਚਿਰ ਉਹਨਾਂ ਹੋ ਨੇ ਕੀਤੀ। ਹੂੰ ਔਰ ਸਿੱਧੂ ਸਾਹਿਬ ਨੂੰ ਕਿੰਨਾ ਚਿਰ ਹੋ ਹੂੰ ਗਿਆ ਕਾਂਗਰਸ ਦੇ ਹੂੰ ਪ੍ਰਧਾਨ ਬਣਿਆ। ਹੁਣ ਜਿਵੇਂ ਵੋਟਾਂ ਨੇੜੇ ਆਈਆਂ ਤੇ ਉਹ ਹਜੇ ਸਰਕਾਰ ਨੂੰ ਹੀ ਚੇਤਾਵਨੀਆਂ, ਮੁੱਖ ਮੰਤਰੀ ਨੂੰ ਚੇਤਾਵਨੀਆਂ ਦੇ ਰਹੇ ਨੇ ਪ੍ਰੈਸ ਕਾਨਫਰੰਸ ਕਰਕੇ ਕਿ ਹਜੇ 1 ਲੱਖ ਪੋਸਟ ਹੂੰ ਖਾਲੀ ਪਈ ਹੈ, ਖਾਲੀ ਪਈ ਜੀ ਤੁਸੀਂ ਕੀ ਕਰ ਰਹੇ ਹੋ। ਹੁਣ ਹੂੰ ਤੁਸੀਂ ਕੀਤੀ ਗੱਲ ਐਮਸੀ ਵਾਲਿਆਂ ਦੀ, ਕਹਿੰਦੇ ਜੇ ਉਹਨੂੰ ਜੌਬ ਮਿਲ ਜਾਂਦੀ ਹੈ ਫਿਰ ਉਹਨੂੰ ਆਪਦੇ ਹੂੰ ਲੈਵਲ ਦੀ ਜੌਬ ਮਿਲ ਜੂਗੀ ਤੇ ਉਹ ਛੱਡ। ਮੈਡਮ ਹੂੰ ਕਿੱਥੋਂ ਮਿਲੇਗੀ ਜੌਬ? 5 ਸਾਲ ਪਿੱਛੋਂ ਤਾਂ ਹੁਣ ਭਰਤੀ ਆਈ ਹੈ। ਹੁਣ 2 ਮਹੀਨੇ ਬਾਅਦ ਕੋਡ ਆਫ ਕੰਡਕਟ ਹੈ। ਉਦੋਂ ਬਾਅਦ ਚ ਸਰਕਾਰਾਂ ਦਾ ਇਤਿਹਾਸ ਦੇਖੋ, ਪਿਛਲੇ 15 ਸਾਲ 4.5 ਸਾਲ ਕੁਝ ਨਹੀਂ ਕਰਦੀਆਂ, ਉਸ ਤੋਂ ਬਾਅਦ ਚ ਕਿਤੇ ਜਾ ਕੇ ਭਰਤੀਆਂ ਕੱਢ ਤਾਂ ਜਿਹੜਾ ਇੱਕ ਵਾਰੀ ਹੁਣ ਭਰਤੀ ਹੋ ਜਾਊਗਾ, ਚਾਹੇ ਐਮਸੀਏ ਵਾਲਾ ਹੋਵੇ, ਚਾਹੇ ਐਮਫਿਲ ਵਾਲਾ ਹੋਵੇ, ਚਾਹੇ ਪੀਜੀਡੀਸੀ ਵਾਲਾ ਹੋਵੇ, 5 ਸਾਲ ਤੱਕ ਕੋਈ ਭਰਤੀ ਨਹੀਂ ਹੋਊਗੀ। ਆ ਜਿਹੜੀ ਹੁਣ ਕੱਢ ਲੈਣਗੇ ਉਦੋਂ ਬਾਅਦ ਚ ਕੋਈ ਭਰਤੀ ਨਹੀਂ ਆਊਗੀ, ਕਿਉਂਕਿ ਪਿਛਲੇ 15 ਸਾਲਾਂ ਦਾ ਇਤਿਹਾਸ ਇਹ ਕਹਿੰਦਾ ਹੈ। ਔਰ ਹੁਣ ਜਿੰਨੀ ਸਰਕਾਰ ਜਿੰਨੀ ਮਰਜ਼ੀ ਦਗਮ ਮਾਰੇ ਔਰ ਮੈਨੂੰ ਬੜੀ ਹੈਰਾਨੀ ਹੈ, ਵਿਰੋਧੀ ਧਿਰਾਂ ਦੇਖੋ ਤੁਸੀਂ, ਵਿਰੋਧੀ ਧਿਰਾਂ ਚਾਹੇ ਆਮ ਆਦਮੀ ਪਾਰਟੀ, ਬੇਰੁਜ਼ਗਾਰੀ ਦਾ ਕਿਸੇ ਨੇ ਠਾਇਆ ਹੀ ਨਹੀਂ। ਕੇਜਰੀਵਾਲ ਜੀ ਸਭ ਤੋਂ ਪਹਿਲਾਂ ਪੰਜਾਬ ਚ ਆਏ, ਆਉਂਦਿਆਂ ਸਾਰ ਕਹਿੰਦੇ 400 ਯੂਨਿਟ ਬਿਜਲੀ ਫਰੀ, ਫਲਾਨੀ ਚੀਜ਼ ਫਰੀ। ਬਈ ਸਾਨੂੰ ਸੁਖਬੀਰ ਸਿੰਘ ਬਾਦਲ ਕਹਿ ਰਹੇ ਨੇ, ਗੁਰਪ੍ਰੀਤ ਕੇਜਰੀਵਾਲ ਕਹਿ ਰਹੇ ਨੇ ਬਿਜਲੀ ਫਰੀ ਦਿੱਤੀ ਜਾਊਗੀ। ਸੁਖਬੀਰ ਬਾਦਲ ਕਹਿੰਦੇ ਨੇ ਜਿਹੜੀ ਤੀਰਥ ਯਾਤਰਾ ਦੀ ਸਕੀਮ ਹੁਣ ਸ਼ੁਰੂ ਕੀਤੀ ਜਾਊਗੀ, ਲੋਕਾਂ ਨੂੰ ਧਾਰਮਿਕ, ਲੋਕਾਂ ਨੇ ਕਦੋਂ ਮੰਗਿਆ ਕਿ ਅਸੀਂ ਤੀਰਥ ਸਥਾਨਾਂ ਤੇ ਨਹੀਂ ਜਾ ਸਕਦੇ, ਸਾਡੇ ਲਈ ਮੁਫਤ ਪ੍ਰਬੰਧ ਕੀਤੇ ਜਾਣ? ਕਦੋਂ ਲੋਕਾਂ ਨੇ ਮੰਗਿਆ? ਤੇ ਇਹਦਾ ਮਤਲਬ ਤਾਂ ਫਿਰ ਇਹ ਕਾਂਗਰਸ ਆਪਣੀ ਤਰ੍ਹਾਂ ਦੀਆਂ ਸਕੀਮਾਂ ਲਿਆਈ ਜਾਂਦੇ ਨੇ ਕਿ ਉਹ ਕਰ ਦਾਂਗੇ, ਅਸੀਂ ਆਹ ਕਰ ਦਾਂਗੇ, ਪਰ ਮਤਲਬ ਬੇਰੁਜ਼ਗਾਰੀ ਤੇ ਸਿਹਤ ਤੇ ਸਿੱਖਿਆ, ਇਹ ਮੁੱਦੇ ਉਵੇਂ ਐਡਰੈਸ ਨਹੀਂ ਹੋ ਰਹੇ ਜਿਸ ਤਰ੍ਹਾਂ ਕਿ ਇਸ ਯੁੱਗ ਵਿੱਚ, ਜਦੋਂ ਕਿ ਪੜ੍ਹਾਈ ਲਿਖਾਈ ਦਾ ਯੁੱਗ ਹੈ, ਇਹ ਇਸ ਤਰ੍ਹਾਂ ਬਿਲਕੁਲ ਗੁਜ਼ਾਰਾ ਨਹੀਂ। ਖੇਤੀ ਵੀ ਤੁਸੀਂ ਬਿਨਾਂ ਪੜ੍ਹਾਈ ਤੋਂ ਨਹੀਂ ਕਰ ਸਕਦੇ, ਗਿਆਨ ਤੋਂ ਬਿਨਾਂ। ਦਿਹਾੜੀ ਕਰਨ ਲਈ ਵੀ ਤੁਹਾਨੂੰ ਹਿਸਾਬ ਕਿਤਾਬ ਲਾਉਣ ਲਈ ਤੁਹਾਨੂੰ ਗਿਆਨ ਚਾਹੀਦਾ ਹੈ, ਤੁਹਾਨੂੰ ਪੜ੍ਹੇ ਲਿਖੇ ਹੋਣੇ ਚਾਹੀਦੇ ਹੋ। ਤੇ ਇਸ ਦੌਰ ਵਿੱਚ ਵੀ ਸਿੱਖਿਆ ਸੈਕਟਰ ਦੇ, ਸਿਹਤ ਸੈਕਟਰ ਤੇ ਅਤੇ ਰੁਜ਼ਗਾਰ ਦੇ ਮਾਮਲੇ 'ਚ ਕੋਈ ਗੱਲ ਨਹੀਂ ਕੀਤੀ ਜਾ ਰਹੀ। ਤੁਸੀਂ ਇਸ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਕਿ ਪੋਲੀਟੀਕਲ ਲੋਕ ਨੇ, ਜਿਹੜੇ ਸਿਆਸੀ ਲੋਕ ਨੇ, ਆਪਣੀ ਆਪਣੀ ਪਾਰਟੀ ਵੱਲੋਂ ਅਜੀਬ ਕਿਸਮ ਦੀਆਂ ਫੜਾਂ ਤੇ ਅਜੀਬ ਕਿਸਮ ਦੀਆਂ ਫ੍ਰੀਬੀਜ਼, ਮੁਫਤ ਚੀਜ਼ਾਂ ਦੇਣ ਦੇ ਦਾਅਵੇ ਕਰ ਰਹੇ ਨੇ, ਵਾਅਦੇ ਕਰ ਰਹੇ ਨੇ। ਸੋ ਅਸਲ ਏਜੰਡੇ ਲੋਕਾਂ ਦੇ ਨਹੀਂ ਉਠਾਏ ਜਾ ਰਹੇ। ਕੀ ਲੋਕਾਂ ਨੂੰ ਕੀ ਕਰਨਾ ਚਾਹੀਦਾ ਤੇ ਪੋਲੀਟੀਕਲ ਲੋਕਾਂ ਨੂੰ ਕਿਸ ਤਰ੍ਹਾਂ ਸਵਾਲ ਕੀਤੇ ਜਾਵੇ, ਜਾਂ ਤੁਸੀਂ ਪੋਲੀਟੀਕਲ ਪਾਰਟੀਆਂ ਲਈ ਕੀ ਕਹਿੰਦੇ ਹੋ ਤੇ ਲੋਕਾਂ ਨੂੰ ਕੀ ਕਹਿੰਦੇ ਹੋ? ਜਿਹੜਾ ਮੇਰਾ ਮੈਸੇਜ ਹੋਊਗਾ, ਇਹ ਮੇਰਾ ਐਜ਼ ਵੈਲ ਐਜ਼ ਲੋਕਾਂ ਨੂੰ ਵੀ, ਨੌਜਵਾਨਾਂ ਨੂੰ ਖਾਸ ਕਰਕੇ, ਔਰ ਜਿਹੜੇ ਇੰਟਰਸਟ ਰੱਖਦੇ ਨੇ ਰਾਜਨੀਤੀ ਦੇ ਵਿੱਚ ਇੰਟਰਸਟ ਰੱਖਣ ਦਾ ਮਤਲਬ ਹੈ ਜਿਹੜਾ ਬੰਦਾ ਚੋਣ ਰੈਲੀ 'ਚ ਜਾਂਦਾ ਹੈ, ਜਾਂ ਵੋਟ ਪਾਉਣ ਜਾਂਦਾ ਹੈ, ਜਾਂ ਕਿਸੇ ਪਾਰਟੀ ਨਾਲ ਧਰਨੇ ਤੇ ਜਾਂਦਾ ਹੈ। ਜਿਵੇਂ ਕਿ ਅਕਾਲੀ ਦਲ, ਹਾਲਾਂਕਿ ਕਿਸਾਨਾਂ ਨੇ ਕਿਹਾ ਹੋਇਆ ਵੀ ਕੋਈ ਰੈਲੀ ਨਹੀਂ ਕਰਨੀ ਕਿਸੇ ਨੇ ਜਿੰਨਾ ਚਿਰ ਕੋਡ ਆਫ ਕੰਡਕਟ ਨਹੀਂ ਲੱਗਦਾ, ਇਹ ਕਰ ਰਹੇ ਨੇ। ਅਕਾਲੀ ਦਲ ਵੀ ਕਰ ਰਿਹਾ, ਕਿਤੇ ਨਾ ਕਿਤੇ ਝਾੜੂ ਵਾਲੇ ਵੀ ਕਰ ਜਾਂਦੇ ਆ। ਉਧਰੋਂ ਕਿਸਾਨ ਮੂਵਮੈਂਟ ਤੇ ਲੋਕਾਂ ਦੀ ਲੋੜ ਹੈ, ਔਰ ਲੋਕਾਂ ਨੂੰ ਵਰਗ ਲਾਈ ਫਿਰਦੇ ਆ। ਦੇਖੋ, ਲੋਕਾਂ ਦੇ ਮੁੱਦੇ ਬੇਸਿਕਲੀ 5: ਕੁੱਲੀ ਗੁੱਲੀ ਜੁੱਲੀ, ਸਿਹਤ ਤੇ ਸਿੱਖਿਆ। ਇਹਦੇ ਤੇ ਕਿਸੇ ਨੇ ਕੋਈ ਗੱਲ ਨਹੀਂ ਕੀਤੀ, ਕਿਸੇ ਨੇ ਕੋਈ ਮੁੱਦਾ ਨਹੀਂ ਠਾਇਆ। ਆ ਕਾਲਜ ਪਿਛਲੇ 26 ਸਾਲਾਂ ਤੋਂ ਖਾਲੀ ਪਏ ਸੀ, ਇਹਨਾਂ ਵਾਸਤੇ ਇੱਕ ਮੁਹਿੰਮ ਚਲਾਈ ਗਈ। ਅਕਾਲੀ ਦਲ ਨੂੰ ਵੀ ਕਿਹਾ, ਬਿਕਰਮਜੀਤ ਸਿੰਘ ਮਜੀਠੀਆ ਨੂੰ ਸਪੈਸ਼ਲ ਜਿਹੜਾ ਹੈਗਾ ਮੈਮੋਰੰਡਮ ਦਿੱਤਾ, ਔਰ ਆਮ ਆਦਮੀ ਪਾਰਟੀ ਦੇ ਕੋਈ 15 ਲੀਡਰਾਂ ਨੂੰ ਮਿਲੇ, ਇਹਨਾਂ ਦੇ ਇੰਚਾਰਜ ਨੂੰ ਵੀ ਕਿਹਾ ਵੀ ਸਰ ਮੁੱਦਾ ਠਾਓ ਹਾਇਰ ਐਜੂਕੇਸ਼ਨ ਦਾ। ਅਜੇ ਤੱਕ ਵੀ ਇਹਨਾਂ ਨੇ ਮੁੱਦਾ ਨਹੀਂ ਠਾਇਆ। ਜੀ ਸਰਕਾਰ ਨੇ ਪੋਸਟਾਂ ਵੀ ਕੱਢਤੀਆਂ, ਅਜੇ ਤੱਕ ਮੁੱਦਾ ਨਹੀਂ ਠਾਇਆ। ਜੇ ਆਪਾਂ ਵਿਧਾਨ ਸਭਾ ਦੇ ਸੈਸ਼ਨਾਂ ਦੀ ਗੱਲ ਕਰੀਏ, ਵਿਧਾਨ ਸਭਾ ਦੇ ਸੈਸ਼ਨਾਂ ਦੇ ਵਿੱਚ ਇਹਨਾਂ ਨੂੰ ਭੇਜਿਆ ਜਾਂਦਾ ਹੈ ਕਿ ਉੱਥੇ ਜਾ ਕੇ ਸਾਡੇ ਮੁੱਦੇ ਵਿਚਾਰੇ ਜਾਣ, ਸਮੱਸਿਆਵਾਂ ਨੂੰ ਜਿਹੜਾ ਹੈਗਾ ਲੱਭਿਆ ਜਾਵੇ, ਉਹਨਾਂ ਵਾਸਤੇ ਹੱਲ ਲੱਭੇ ਜਾਣ, ਔਰ ਕਾਨੂੰਨ ਬਣਾ ਕੇ ਸਾਡੀਆਂ ਸਮੱਸਿਆਵਾਂ ਦੂਰ ਕੀਤੀਆਂ ਜਾਣ। ਬਾਅਦ ਚ ਉਹ ਜਿਹੜੇ ਕਾਨੂੰਨ ਆ ਲਾਗੂ ਵੀ ਕੀਤੇ। ਪਰ 5 ਸਾਲਾਂ ਦਾ ਰਿਕਾਰਡ ਇਹ ਕਹਿੰਦਾ ਹੈ ਕਿ ਸਾਲ ਦੇ ਵਿੱਚ ਪੂਰੇ 10 ਜਾਂ 15 ਦਿਨ ਵਿਧਾਨ ਸਭਾ ਚੱਲੀ ਨਹੀਂ ਹੋਣੀ, ਔਰ ਜਦੋਂ ਵਿਧਾਨ ਸਭਾ ਚੱਲਦੀ ਹੈ, ਵਿਰੋਧੀ ਧਿਰਾਂ ਉੱਥੇ ਆਉਣ ਵਾਲੀ
ਮਤਲਬ ਐਮਐਲਏ ਕਿੱਡੀ ਵੱਡੀ ਹੁੰਦੀ ਹੈ, ਲੋਕਾਂ ਨੇ ਬਣਾ ਚੁਣ ਕੇ ਭੇਜਿਆ ਵੀ ਕਿੱਡਾ ਸਿਆਣਾ ਬੰਦਾ ਸਾਡੇ ਵਾਸਤੇ ਕਾਨੂੰਨ ਬਣਾਊਗਾ, ਗਾਲਾਂ ਕੱਢ ਕੇ ਇੱਕ ਦੂਜੇ ਨੂੰ ਬਾਈਕਾਟ ਕਰਕੇ ਹੋਕਾ ਕਰਕੇ ਬਿਨਾਂ ਕਿਸੇ ਬਹਿਸ ਜੋ ਬਿੱਲ ਪਾਸ ਹੋਏ ਹੈ ਕਿਸੇ ਤੇ ਵੀ ਮੈਨੂੰ ਨਹੀਂ ਲੱਗਦਾ ਵੀ ਬਹਿਸ ਹੋਈ ਹੋਊ। ਕੱਲ ਪਰਸੋਂ ਜਿਹੜਾ ਹੋਇਆ 11 ਤਰੀਕ ਨੂੰ ਉਦੋਂ ਵੀ ਕਿੰਨੇ ਬਿੱਲ ਪਾਸ ਹੋਏ ਹੈ, ਬਿਨਾਂ ਬਿੱਲ ਪਾਸ ਹੋ ਰਹੇ ਹੈ। ਪੰਜਾਬ ਦੀ ਜਨਤਾ ਇਸ ਵਾਸਤੇ ਨਹੀਂ ਭੇਜੀ ਐਮਐਲਏ ਬਣਾ ਕੇ ਕਿ ਤੁਸੀਂ ਉੱਥੇ ਜਾ ਕੇ ਛਿੱਤਰੋ ਛਿੱਤਰੀ ਹੋਵੋ ਜਾਂ ਗਾਲਮ ਵਾਲੀ ਹੋ ਜਾਂ ਬਿਨਾਂ ਬਹਿਸ ਦੇ ਬਿੱਲ ਪਾਸ ਕਰੋ ਔਰ ਜਾਂ ਮੁੱਦੇ ਹੀ ਨਾ ਉਠਾਓ। ਆ ਜਿਹੜੇ 5 ਬੇਸਿਕ ਮੁੱਦੇ ਜ਼ਿੰਦਗੀ ਜਿਉਣ ਵਾਸਤੇ ਕੁੱਲੀ ਗੁੱਲੀ ਜੁੱਲੀ ਸਿਹਤ ਤੇ ਸਿੱਖਿਆ, ਇਹਦਾ ਵਿਧਾਨ ਸਭਾ ਦੇ ਵਿੱਚ ਕਦੇ ਕੋਈ ਮੁੱਦਾ ਨਹੀਂ ਉੱਠਿਆ। ਜੇ ਮੁੱਦੇ ਨਹੀਂ ਉਠਾਉਣਗੇ ਪਰ ਗੁਰਪ੍ਰੀਤ ਲੋਕ ਜਦੋਂ ਇਹਨਾਂ ਨੂੰ ਚੁਣ ਕੇ ਭੇਜਦੇ ਨੇ 1947 ਤੋਂ ਮਗਰੋਂ ਜਦੋਂ ਤੋਂ ਇਹ ਵਿਧਾਨ ਸਭਾ ਤੇ ਸਾਡੀ ਪਾਰਲੀਮੈਂਟ ਦਾ ਸਿਸਟਮ ਚਾਲੂ ਹੋਇਆ ਤੇ ਉਦੋਂ ਤੋਂ ਹੀ ਲਗਭਗ ਆਜ਼ਾਦੀ ਤੋਂ ਥੋੜੇ ਚਿਰ ਬਾਅਦ ਹੀ ਇਹੋ ਜਿਹਾ ਸਿਲਸਿਲਾ ਸ਼ੁਰੂ ਹੋ ਗਿਆ ਸੀ ਤੇ ਲੋਕ ਵੀ ਤਾਂ ਇੰਨੇ ਦਹਾਕਿਆਂ ਤੋਂ ਇਹ ਦੇਖਦੇ ਆ ਰਹੇ ਨੇ, ਲੋਕ ਸਵਾਲ ਨਹੀਂ ਕਰ ਰਹੇ। ਜਦ ਤੱਕ ਲੋਕ ਨਹੀਂ ਸਵਾਲ ਕਰਨਗੇ ਮੇਰਾ ਖਿਆਲ ਹੈ ਲੋਕ ਵੀ ਕਿਤੇ ਨਾ ਕਿਤੇ ਤਾਂ ਲੋਕ ਵੀ ਜਵਾਬ ਦੇ ਨੇ ਇਸ ਗੱਲ ਲਈ। ਪੂਰੇ ਜ਼ਿੰਮੇਵਾਰ ਨੇ ਜੀ, ਪੂਰੇ ਜ਼ਿੰਮੇਵਾਰ ਨੇ। ਤੁਸੀਂ ਇਹ ਦੇਖੋ ਹਾਲਾਤ ਕੀ ਨੇ। ਐਮਐਲਏ ਦਾ ਜਾਂ ਐਮਪੀ ਦਾ ਕੰਮ ਕੀ ਹੁੰਦਾ? ਐਮਐਲਏ ਦਾ ਕੰਮ ਹੁੰਦਾ ਹੈ ਸਟੇਟ ਦੇ ਵਿੱਚ ਜਿਹੜੀ ਹੈ ਵਿਧਾਨ ਸਭਾ, ਉੱਥੇ ਬਹਿ ਕੇ ਜਿਹੜਾ ਹੈਗਾ ਵਿਚਾਰ ਵਿਮਰਸ਼ ਕੀਤਾ ਜਾਵੇ, ਸੈਸ਼ਨ ਚੱਲਣ, ਕੀ ਸਟੇਟ ਦੀਆਂ ਸਮੱਸਿਆਵਾਂ, ਕੀ ਲੋਕਾਂ ਦੀਆਂ ਮੰਗਾਂ ਨੇ, ਉਹਨਾਂ ਦੇ ਉੱਤੇ ਬਹਿਸ ਕੀਤੀ ਜਾਵੇ, ਉਹਦੇ ਜਿਹੜੇ ਚੰਗੇ ਮਾੜੇ ਪੱਖ ਦੇਖੇ ਜਾਣ, ਫਿਰ ਕੋਈ ਜਿਹੜਾ ਹੈਗਾ ਕਾਨੂੰਨ ਬਣਾਏ ਜਾਣ, ਫਿਰ ਉਹਨਾਂ ਨੂੰ ਜਿਹੜਾ ਅਫਸਰਾਂ ਤੋਂ ਲਾਗੂ ਕਰਵਾਇਆ ਜਾਵੇ ਤਾਂ ਜੋ ਲੋਕਾਂ ਦੀਆਂ ਸਮੱਸਿਆਵਾਂ ਦੂਰ ਹੋਣ। ਪਰ ਲੋਕ ਕੀ ਉਮੀਦ ਰੱਖਦੇ ਆ? ਸਾਡਾ ਐਮਐਲਏ ਸਾਡੇ ਮਰਗ ਦੇ ਭੋਗ ਤੇ ਆ ਜੇ, ਸਾਡਾ ਐਮਐਲਏ ਸਾਡੇ ਮੁੰਡੇ ਦੇ ਵਿਆਹ ਤੇ ਆ ਜੇ, ਸਾਡਾ ਐਮਐਲਏ ਸਾਡੇ ਮੁੰਡੇ ਦੇ ਜਨਮ ਦਿਨ ਤੇ ਆ ਜੇ। ਇਹੋ ਜਿਹੇ ਤਾਂ ਲੋਕ ਨੇ। ਔਰ ਦੂਜੀ ਗੱਲ, ਜਦੋਂ ਵੋਟਾਂ ਪੈਂਦੀਆਂ ਕੋਈ ਧਰਮ ਦੇ ਨਾਂ ਤੇ ਵੋਟ ਪਾ ਦਿੰਦਾ ਹੈ, ਕੋਈ ਜਾਤੀ ਦੇ ਨਾਂ ਤੇ ਵੋਟ ਪਾ ਦਿੰਦਾ ਹੈ, ਕੋਈ ਪੈਸੇ ਲੈ ਕੇ ਵੋਟ ਪਾ ਦਿੰਦਾ ਹੈ, ਸ਼ਰਾਬ ਦੀ ਬੋਤਲ ਲੈ ਕੇ ਵੋਟ ਪਾ ਦਿੰਦਾ। ਇਹ ਸਾਰਿਆਂ ਨੇ ਵੇਖਿਆ। ਔਰ ਇਲੈਕਸ਼ਨ ਕਮਿਸ਼ਨ ਅਸਫਲ ਰਿਹਾ ਬਿਲਕੁਲ। ਮੈਂ ਕਹਿੰਦਾ ਵੀ 1% ਵੀ ਫੇਅਰ ਇਲੈਕਸ਼ਨ ਜਿਹੜੇ ਹੈਗੇ ਆ ਇਲੈਕਸ਼ਨ ਕਮਿਸ਼ਨ ਨਹੀਂ ਕਰਵਾ ਸਕਿਆ। ਸ਼ੇਸ਼ਨ ਸਾਹਿਬ ਜਿਹੜੇ ਹੈਗੇ ਉਹਨਾਂ ਤੋਂ ਬਿਨਾਂ ਹਜੇ ਤੱਕ ਕਿਸੇ ਇਲੈਕਸ਼ਨ ਕਮਿਸ਼ਨਰ ਨੇ ਕੋਈ ਕੁਰਸੀ ਦਿੱਤੀ ਇਹਨਾਂ ਪੋਲੀਟੀਕਲ ਪਾਰਟੀਆਂ ਨੂੰ। ਲੋਕ ਵੀ ਪੂਰੇ ਜ਼ਿੰਮੇਵਾਰ ਨੇ। ਪਰ ਹੁਣ ਜਿਹੜਾ ਹਾਲਾਤ ਹੈ, ਕਿਸਾਨ ਅੰਦੋਲਨ ਨੇ ਸਿਖਾਇਆ ਕਿ ਸਰਕਾਰਾਂ ਦੇ ਧੌਣ ਤੇ ਗੋਡਾ ਕਿਵੇਂ ਰੱਖੀਦਾ। ਰੱਖੀ ਬੈਠੇ ਆ ਨਾ ਦਿੱਲੀ, ਤੇ ਹੁਣ ਸਰਕਾਰ ਫਸੀ ਹੋਈ। ਜੇ ਵਾਪਸ ਲਈਏ ਤਾਂ ਵੀ ਬੇਇੱਜ਼ਤੀ ਹੁੰਦੀ ਹੈ, ਜੇ ਪਾਸ ਐਜ਼ ਇਟ ਇਜ਼ ਪਏ ਰਹਿਣ ਤੇ ਹੋਲਡ ਤੇ ਪਏ ਨੇ ਤਾਂ ਕਿਸਾਨ ਨਹੀਂ ਖੜਾ ਛੱਡਦੇ, ਉਹ ਬੈਠੇ ਨੇ ਬਾਰਡਰਾਂ ਤੇ। ਔਰ ਪੰਜਾਬੀ ਕਿਸਾਨਾਂ ਨਾਲ ਮੱਥਾ ਲਾ ਬੈਠੀ ਸਰਕਾਰ। ਔਰ ਮੈਂ ਕਹਿੰਦਾ ਪੰਜਾਬੀ ਐਡੀ ਤਕੜੀ ਕੌਮ ਤੇ ਉਹਨਾਂ ਨੂੰ ਆਪਣੇ ਹੀ ਪਹਿਲਾਂ ਕਾਲੇ ਜਿਹੜੇ ਸੀ ਗੂੜੇ ਅੰਗਰੇਜ਼ ਸੀ, ਹੁਣ ਕਾਲੇ ਅੰਗਰੇਜ਼ਾਂ ਨੇ ਆਪਣਿਆਂ ਨੇ ਹੀ ਉਲਝਾ ਕੇ ਰੱਖਿਆ ਹੋਇਆ ਹੈ। ਪੰਜਾਬ ਦੇ ਜਿਹੜੇ ਕਿਸਾਨਾਂ ਨੇ ਉਹਨਾਂ ਨੇ ਅਵੇਅਰਨੈਸ ਦਿੱਤੀ ਹੈ, ਲੀਡਰਾਂ ਨੂੰ ਸਵਾਲ ਹੋਣੇ ਸ਼ੁਰੂ ਹੋਏ ਨੇ। ਪਿਛਲੇ ਜਿਹੜੇ ਮੈਂਬਰ ਪਾਰਲੀਮੈਂਟ ਦੇ ਇਲੈਕਸ਼ਨ ਸੀਗੇ ਬਠਿੰਡੇ, ਮੈਂ ਦੇਖਦਾ ਹੁੰਦਾ ਸੀ ਸਾਰਿਆਂ ਨੂੰ ਸਵਾਲ ਹੁੰਦੇ ਸੀ। ਹੁਣ ਉਹ ਸਿਲਸਿਲਾ ਜਿਹੜਾ ਬਹੁਤ ਤੇਜ਼ ਹੋ ਗਿਆ। ਮੈਂ ਖਾਸ ਕਰਕੇ ਫਾਜ਼ਿਲਕਾ ਜ਼ਿਲ੍ਹੇ ਦੀ ਗੱਲ ਕਰਾਂ, ਕਿਉਂਕਿ ਫਾਜ਼ਿਲਕਾ ਇਹੋ ਜਿਹਾ ਜ਼ਿਲ੍ਹਾ ਹੈ ਜਦੋਂ ਅਕਾਲੀ ਦਲ ਤੇ ਦੋਸ਼ ਲੱਗੇ ਕਿ ਇਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕਰਾਈ ਹੈ ਤਾਂ ਪੂਰਾ ਪੰਜਾਬ ਇਹਨਾਂ ਨੂੰ ਵੜਨ ਨਹੀਂ ਸੀ ਦਿੰਦਾ। ਪਰ ਇਹ ਦੇ ਕੇ ਜਿਹੜਾ ਹੋਰ ਫਾਜ਼ਿਲਕਾ ਗੇੜਾ ਦੇ ਕੇ ਜਾਂਦੇ ਸੀ, ਇਹਨਾਂ ਨੂੰ ਕੋਈ ਕੁਛ ਨਹੀਂ ਸੀ ਕਹਿੰਦਾ। ਹੁਣ ਕਿਸਾਨ ਨਹੀਂ ਇਹਨਾਂ ਨੂੰ ਕਿਤੇ ਨੂੰ ਵੜਨ ਦਿੰਦੇ, ਹੋਰ ਫਾਜ਼ਿਲਕਾ ਫਿਰ ਵੀ ਇਹਨਾਂ ਨੂੰ ਝੱਲਦਾ ਹੈ, ਫਿਰ ਵੀ ਕੁਛ ਨਹੀਂ ਕਹਿੰਦਾ। ਆਏ ਹਫ਼ਤੇ ਪਿਛਲੇ ਹਫ਼ਤੇ ਸੁਖਬੀਰ ਜੀ ਆਏ, ਕੱਲ ਪਰਸੋਂ ਬੀਬਾ ਜੀ ਵੀ ਆ ਹੋ ਕੇ ਗਏ ਇੱਥੋਂ ਦੀ। ਸਾਡੇ ਲੋਕਾਂ ਨੇ ਕੁਛ ਨਹੀਂ ਕਿਹਾ, ਸਵਾਲ ਤਾਂ ਜ਼ਰੂਰ ਪੁੱਛੇ ਹੈ। ਪਰ ਹੋਰ ਜਦੋਂ ਪੰਜਾਬ 'ਚ ਜਾਂਦੇ ਨੇ ਇਹ ਮਾਲਵੇ 'ਚ ਜਾਂ ਮਾਝੇ 'ਚ ਜਾਂ ਦੁਆਬੇ 'ਚ, ਉੱਥੇ ਲੋਕ ਸਵਾਲ ਪੁੱਛਦੇ ਨੇ। ਔਰ ਹੁਣ ਸਾਡੇ ਏਰੀਏ 'ਚ ਵੀ ਸਵਾਲ ਪੁੱਛਣ ਲੱਗੇ। ਨਾਲ ਹੀ ਜਲਾਲਾਬਾਦ ਹਲਕਾ ਪੈਂਦਾ ਹੈ, ਇੱਥੋਂ ਦਾ ਐਮਐਲਏ ਹੈਗਾ ਰਮਿੰਦਰ ਸਿੰਘ ਆਮਲਾ, ਉਹ ਇੱਕ ਸੂਝਵਾਨ ਬੰਦਾ ਹੈ। ਉਹ ਵੀ ਉਹਨੂੰ ਕਿਸਾਨ ਮਿਲਣ ਜਾਂਦੇ ਜ਼ਰੂਰ ਮਿਲਦਾ ਔਰ ਉਹ ਸਵਾਲਾਂ ਦੇ ਜਵਾਬ ਵੀ ਦਿੰਦਾ। ਔਰ ਕਿਤੇ ਨਾ ਕਿਤੇ ਉਹ ਸੈਟੀਸਫਾਈ ਕਰਕੇ ਜਾਂਦਾ ਹੈ ਜਾਂ ਵਾਅਦੇ ਕਰਕੇ ਜਾਂਦਾ ਹੈ ਵੀ ਕਿਸਾਨ ਭਰਾਓ ਆਹ ਕਰ ਰਹੇ ਆ ਤੁਹਾਡੇ ਵਾਸਤੇ, ਆਹ ਕੀਤਾ ਤੇ ਆਹ ਹੋਰ ਕਰਾਂਗੇ। ਉਹ ਇੱਕ ਐਮਐਲਏ ਮੈਂ ਵੇਖਿਆ ਜਿਹੜਾ ਜਵਾਬ ਦਿੰਦਾ, ਹੋਰ ਕੋਈ ਕਿਸੇ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ। ਪਿੰਡ ਚੋਂ ਵੜਨ ਨਹੀਂ ਦਿੱਤਾ ਜਾਂਦਾ, ਭਜਾ ਦਿੱਤਾ ਜਾਂਦਾ ਹੈ। ਸੋ ਇਹ ਸਵਾਲ ਪੁੱਛਣੇ ਬਣਦੇ ਆ, ਹੁੜਦੰਗ ਨਹੀਂ ਮਚਾਉਣਾ ਚਾਹੀਦਾ। ਇੱਕ ਜਿਹੜਾ ਹੈਗਾ ਨਾ ਸਵਾਲ ਪੁੱਛਣ, ਜ਼ਰੂਰ ਪੁੱਛਣ। ਇਹਨਾਂ 5 ਵਿਸ਼ਿਆਂ ਤੇ ਹੀ ਪੁੱਛ ਲੈਣ, ਉਹਨਾਂ ਨੂੰ ਆਰਾਮ ਨਾਲ ਬਾਹਰੋਂ ਆਏ ਨੇ ਸਲੀਕੇ ਨਾਲ ਬਿਠਾ ਕੇ ਉਹਨਾਂ ਨੂੰ ਸਵਾਲ ਪੁੱਛੇ ਜਾ ਸਕਦੇ ਆ। ਔਰ ਸਾਰੀਆਂ ਪਾਰਟੀਆਂ ਨੂੰ ਹੀ ਪੁੱਛਣੇ ਜਾਣੇ ਚਾਹੀਦੇ ਹੈ ਕਿ ਤੁਸੀਂ ਹੁਣ ਸੱਤਾ 'ਚ ਤਾਂ ਹੈ ਨਹੀਂ, ਤੁਸੀਂ ਵਿਰੋਧੀ ਧਿਰ 'ਚੋਂ,
ਜੇ ਵਿਰੋਧੀ ਧਿਰ 'ਚ ਹੈ ਨਹੀਂ ਤੀਜੇ ਨੰਬਰ ਤੇ ਹੋ ਤਾਂ ਪਹਿਲਾਂ 15 ਸਾਲ ਤੁਸੀਂ ਰਾਜ ਕਰ ਚੁੱਕੇ ਹੋ, ਜਾਂ ਕੋਈ ਲੀਡਰ ਨਵਾਂ ਵੀ ਆਉਂਦਾ ਲੈ ਕੇ ਤਾਂ ਕਿਤੇ ਨਾ ਪਾਰਟੀ ਦੇ 15 ਸਾਲ ਮਾਂਝੇ ਹੁੰਦੇ ਫਿਰ ਉਹਨੂੰ ਟਿਕਟ ਮਿਲਦੀ ਹੈ। ਤਾਂ ਬਈ ਤੁਹਾਡੀ ਪਾਰਟੀ ਨੇ ਕੀ ਕੀ ਕੀਤਾ ਜਾਂ ਕੀ ਕੀ ਕਰਨ ਜਾ ਰਹੀ ਹੈ, ਮੈਨੀਫੈਸਟੋ ਜ਼ਰੂਰ ਲਓ, ਮੈਨੀਫੈਸਟੋ ਜ਼ਰੂਰ ਮੈਨੀਫੈਸਟੋ ਪੁਰਾਣੇ। ਸੋ ਅਸੀਂ ਜਿਹੜੀਆਂ 800 ਅਸਾਮੀਆਂ ਨਿਕਲੀਆਂ ਨੇ ਵਾਰਡ ਅਟੈਂਡੈਂਟਸ ਦੀਆਂ ਸਿਹਤ ਵਿਭਾਗ ਵਿੱਚ, ਤੇ ਜਿਹੜੀਆਂ ਡੀ ਕਲਾਸ ਅਸਾਮੀਆਂ ਦੱਸੀਆਂ ਜਾਂਦੀਆਂ ਨੇ, ਭਾਵੇਂ ਹਾਲਾਂਕਿ ਇਹ ਪੱਕੀ ਭਰਤੀ ਹੈ ਤੇ ਬਹੁਤ ਹਾਈਲੀ ਕੁਆਲੀਫਾਈਡ ਬੱਚੇ ਇਹਦਾ ਟੈਸਟ ਦੇਣ ਗਏ ਨੇ, ਤੇ ਇਸ ਇੱਕ ਟੈਸਟ ਦੇਣ ਵਾਲੇ ਇੱਕ ਗੁਰਪ੍ਰੀਤ ਸਿੰਘ ਧਾਲੀਵਾਲ ਹੋਰਾਂ ਨਾਲ ਆਪਾਂ ਗੱਲ ਕੀਤੀ ਹੈ, ਤੇ ਉਹਨਾਂ ਨੇ ਬਹੁਤ ਅਸਾਮੀਆਂ ਦੇ ਬਹਾਨੇ, ਇਹਨਾਂ ਅਸਾਮੀਆਂ ਦੇ ਬਹਾਨੇ ਸਾਡੇ ਹਿੱਲ ਚੁੱਕੇ ਤੰਤਰ ਅਤੇ ਬੇਰੁਜ਼ਗਾਰੀ, ਮਾੜੀਆਂ ਸਿਹਤ ਸਹੂਲਤਾਂ ਅਤੇ ਸਾਡਾ ਜਿਹੜਾ ਸਿਆਸੀ ਤੰਤਰ ਹੈ, ਸਰਕਾਰਾਂ ਦੇ ਕੰਮ ਕਰਨ ਦਾ ਢੰਗ ਹੈ, ਜਾਂ ਲੋਕ ਕਿੱਥੇ ਸਮਝੌਤਾ ਕਰ ਜਾਂਦੇ ਨੇ, ਇਹ ਸਾਰੀ ਗੱਲਬਾਤ ਕੀਤੀ ਹੈ। ਤੇ ਗੁਰਪ੍ਰੀਤ ਦਾ ਕਹਿਣਾ ਆ ਕਿ ਕੁੱਲੀ ਗੁੱਲੀ ਜੁੱਲੀ ਸਿਹਤ ਅਤੇ ਸਿੱਖਿਆ, ਇਹਨਾਂ ਬਾਰੇ ਸਾਨੂੰ ਸਾਰੀਆਂ ਚੀਜ਼ਾਂ ਬਾਰੇ ਸਵਾਲ ਪੁੱਛਣ ਦੀ ਲੋੜ ਹੈ, ਤੇ ਵਾਰ-ਵਾਰ ਸਵਾਲ ਪੁੱਛਣ ਦੀ ਲੋੜ ਹੈ, ਪਰ ਸਲੀਕੇ ਨਾਲ। ਸੋ ਆਸ ਕਰਦੇ ਹਾਂ ਕਿ ਪੰਜਾਬ ਦੇ ਲੋਕ ਇਹ ਗੁਰਪ੍ਰੀਤ ਦੀ ਇਹ ਗੱਲ ਜ਼ਰੂਰ ਸੁਣਨਗੇ। ਗੁਰਪ੍ਰੀਤ ਧਾਲੀਵਾਲ ਜੀ, ਤੁਸੀਂ ਅੱਜ ਸਾਨੂੰ ਟੀਵੀ ਪੰਜਾਬ ਲਈ ਸਮਾਂ ਦਿੱਤਾ, ਤੁਸੀਂ ਅੱਜ ਪ੍ਰੀਖਿਆ ਵੀ ਦੇ ਕੇ ਆਏ ਸੀ, ਤੇ ਤੁਹਾਡਾ ਬਹੁਤ ਸ਼ੁਕਰੀਆ। ਅੱਗੇ ਤੋਂ ਵੀ ਤੁਹਾਡੇ ਨਾਲ ਸੰਵਾਦ ਦਾ ਸਿਲਸਿਲਾ ਜਾਰੀ ਰਹੇਗਾ। ਹਾਲ ਦੀ ਘੜੀ ਸ਼ੁਕਰੀਆ, ਸਤਿ ਸ਼੍ਰੀ ਅਕਾਲ। ਬਹੁਤ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਤੁਸੀਂ ਟੀਵੀ ਪੰਜਾਬ ਦੇਖਦੇ ਰਹੋ, ਅਸੀਂ ਤੁਹਾਨੂੰ ਹਰ ਤਰ੍ਹਾਂ ਦੀ ਨਿਊਜ਼ ਦੇ ਰੂਬਰੂ ਕਰਵਾਉਂਦੇ ਰਵਾਂਗੇ, ਵੱਖ-ਵੱਖ ਤਰ੍ਹਾਂ ਦੇ ਵਿਸ਼ਲੇਸ਼ਣ, ਖਬਰਾਂ ਦੇ ਪਿੱਛੇ ਦੀਆਂ ਖਬਰਾਂ ਵੀ, ਸਾਰਾ ਕੁਝ ਤੁਹਾਡੇ ਅੱਗੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਸਾਡੀਆਂ ਵੀਡੀਓਜ਼ ਸ਼ੇਅਰ ਕਰੋ। ਸ਼ੁਕਰੀਆ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ ਟੀਵੀ ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ ਟੀਵੀ ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।